हाँ जी प्यारे विद्यार्थियों, पिछली वीडियो ਦੇ ਵਿੱਚ ਆਪਾਂ ਚੈਪਟਰ ਕਰ ਰਹੇ ਸੀ ਜੋ ਸੀ ਮਾਈਕਰੋ ਆਰਗੇਨਿਜ਼ਮ ਫਰੈਂਡਸ ਐਂਡ ਫੋ। ਸੋ ਸਟੂਡੈਂਟਸ ਕੁਝ ਪੋਰਸ਼ਨ ਆਪਾਂ ਇਸ ਚੈਪਟਰ ਦਾ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਮਾਈਕਰੋ ਆਰਗੇਨਿਜ਼ਮ ਕੀ ਨੇ, ਟਾਈਪਸ ਆਫ ਮਾਈਕਰੋ ਆਰਗੇਨਿਜ਼ਮ, ਕਿੰਨੇ ਤਰ੍ਹਾਂ ਦੇ ਮਾਈਕਰੋ ਆਰਗੇਨਿਜ਼ਮਸ ਹੁੰਦੇ ਨੇ, ਵਾਇਰਸ ਕੀ ਹੈ, ਉਹ ਆਪਣੇ ਲਈ ਕਿਸ ਤਰ੍ਹਾਂ ਫਾਇਦੇਮੰਦ ਨੇ, ਫਰੈਂਡਲੀ ਜੋ ਮਾਈਕਰੋ ਆਰਗੇਨਿਜ਼ਮਸ ਨੇ ਕਿਹੜੇ ਨੇ, ਆਪਾਂ ਨੂੰ ਮਾਈਕਰੋ ਆਰਗੇਨਿਜ਼ਮਸ ਤੋਂ ਕੀ ਫਾਇਦਾ ਹੈਗਾ। ਇਹ ਕੁਝ ਪੋਰਸ਼ਨ ਆਪਾਂ ਪੜ੍ਹ ਚੁੱਕੇ ਹਾਂ ਅਤੇ ਕੁਝ ਪੋਰਸ਼ਨ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਪੜ੍ਹਾਂਗੇ। ਅੱਜ ਆਪਾਂ ਪੜ੍ਹਾਂਗੇ ਕਮਰਸ਼ੀਅਲ ਯੂਜ਼ ਆਫ ਮਾਈਕਰੋ ਆਰਗੇਨਿਜ਼ਮਸ, ਮੈਡੀਸਨਲ ਯੂਜ਼ ਆਫ ਮਾਈਕਰੋ ਆਰਗੇਨਿਜ਼ਮਸ, ਵੈਕਸੀਨ, ਇਨਕਰੀਜ਼ਿੰਗ ਸੋਇਲ ਫਰਟੀਲਿਟੀ। ਇਹ ਵਾਲਾ ਟੌਪਿਕ ਅੱਜ ਦੀ ਵੀਡੀਓ ਦੇ ਵਿੱਚ ਪੜ੍ਹਾਂਗੇ। ਸੋ ਸਭ ਤੋਂ ਪਹਿਲਾਂ ਸਟੂਡੈਂਟਸ ਆਪਾਂ ਪੜ੍ਹਦੇ ਹਾਂ ਕਮਰਸ਼ੀਅਲ ਯੂਜ਼ ਆਫ ਮਾਈਕਰੋ ਆਰਗੇਨਿਜ਼ਮ। ਮਾਈਕਰੋ ਆਰਗੇਨਿਜ਼ਮਸ ਦਾ ਆਪਾਂ ਯੂਜ਼ ਕਰ ਸਕਦੇ ਹਾਂ ਕਮਰਸ਼ੀਅਲੀ, ਵਪਾਰਿਕ ਤੌਰ 'ਤੇ। ਕਿਸ ਤਰ੍ਹਾਂ ਕੁਝ ਐਸੇ ਪ੍ਰੋਡਕਟਸ ਬਣਾਉਣ ਦੇ ਵਿੱਚ ਮਾਈਕਰੋ ਆਰਗੇਨਿਜ਼ਮ ਹੈ ਉਹ ਆਪਣੀ ਮਦਦ ਕਰਦੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਇਨਕਮ ਹੁੰਦੀ ਹੈ। ਉਹ ਕਿਹੜੇ ਪ੍ਰੋਡਕਟ ਨੇ? ਐਲਕੋਹਲ ਅਤੇ ਵਾਈਨ। ਜੋ ਐਲਕੋਹਲ ਹੈ ਉਹਨੂੰ ਆਪਾਂ ਪ੍ਰੋਡਿਊਸ ਕਰਦੇ ਹਾਂ ਮਾਈਕਰੋ ਆਰਗੇਨਿਜ਼ਮਸ ਦੀ ਮਦਦ ਨਾਲ। ਕਿਹੜਾ ਮਾਈਕਰੋ ਆਰਗੇਨਿਜ਼ਮ ਹੈ? ਈਸਟ। ਈਸਟ ਦੀ ਮਦਦ ਨਾਲ ਆਪਾਂ ਐਲਕੋਹਲ ਜਾਂ ਵਾਈਨ ਦਾ ਪ੍ਰੋਡਕਸ਼ਨ ਕਰਦੇ ਹਾਂ ਅਤੇ ਇਹਨਾਂ ਨੂੰ ਆਪਾਂ ਜੋ ਇੰਡਸਟਰੀਜ਼ ਨੇ ਉਹ ਬਣਾਉਂਦੀਆਂ ਨੇ ਅਤੇ ਅੱਗੇ ਵੇਚਦੀਆਂ ਨੇ ਅਤੇ ਇਨਕਮ ਪ੍ਰਾਪਤ ਕਰਦੀਆਂ ਨੇ। ਮਤਲਬ ਜੋ ਐਲਕੋਹਲ ਹੈ, ਵਾਈਨ ਹੈ, ਇਹਨਾਂ ਦਾ ਕੀ ਹੁੰਦਾ? ਵਪਾਰ ਹੁੰਦਾ ਹੈ। ਠੀਕ ਹੈ। ਇੱਕ ਐਸਿਟਿਕ ਐਸਿਡ, ਵਿਨੇਗਰ, ਸਿਰਕਾ ਕਹਿ ਦਿੰਦੇ ਆ ਜਿਹਨੂੰ, ਉਹ ਵੀ ਕਮਰਸ਼ੀਅਲ ਪ੍ਰੋਡਕਟ ਹੈ। ਹੁਣ ਇਹ ਕਿਸ ਤਰ੍ਹਾਂ ਬਣਦੇ ਨੇ ਐਲਕੋਹਲ ਅਤੇ ਵਾਈਨ? ਇਹ ਜੋ ਆਪਣੀ ਫੂਡ ਹੈ, ਭੋਜਨ ਹੈ, ਜਿਹਦੇ ਵਿੱਚ ਜਿਵੇਂ ਬਾਰਲੀ, ਵੀਟ, ਰਾਈਸ ਜਾਂ ਫਰੂਟਸ ਦਾ ਜੂਸ ਹੈ, ਉਹਨਾਂ ਦੇ ਵਿੱਚ ਕੀ ਹੁੰਦਾ ਹੈਗਾ? ਸ਼ੂਗਰ ਹੁੰਦੀ ਹੈ। ਆਪਾਂ ਪੜ੍ਹ ਚੁੱਕੇ ਹਾਂ ਕਾਰਬੋਹਾਈਡਰੇਟਸ ਹੁੰਦੇ ਨੇ, 6th ਕਲਾਸ ਦੇ ਵਿੱਚ ਪੜ੍ਹਿਆ ਸੀ ਕਾਰਬੋਹਾਈਡਰੇਟ ਬਾਰੇ। ਸੋ ਸਟੂਡੈਂਟਸ ਇਹ ਜੋ ਕਾਰਬੋਹਾਈਡਰੇਟ ਨੇ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਨੂੰ ਜੋ ਈਸਟ ਹੈ ਜਾਂ ਮਾਈਕਰੋ ਆਰਗੇਨਿਜ਼ਮਸ ਨੇ ਉਹ ਐਨਾਰੋਬਿਕਲੀ ਤੋੜ ਦਿੰਦੇ ਨੇ। ਕਿਹਦੇ ਵਿੱਚ? ਐਲਕੋਹਲ ਦੇ ਵਿੱਚ। ਠੀਕ ਹੈ। ਐਨਾਰੋਬਿਕ ਰੈਸਪਾਇਰੇਸ਼ਨ ਦੇ ਬਾਰੇ ਵੀ ਤੁਸੀਂ 7th ਕਲਾਸ ਦੇ ਵਿੱਚ ਪੜ੍ਹ ਚੁੱਕੇ ਹੋ। ਕੀ ਹੈ ਐਨਾਰੋਬਿਕ ਰੈਸਪਾਇਰੇਸ਼ਨ? ਆਕਸੀਜਨ ਦੀ ਐਬਸੈਂਸ ਦੇ ਤੋਂ ਬਿਨਾਂ ਰੈਸਪਾਇਰੇਸ਼ਨ, ਜਿਹਦੇ ਵਿੱਚ ਜੋ ਗਲੂਕੋਜ਼ ਹੈ ਜਾਂ ਕਾਰਬੋਹਾਈਡਰੇਟ ਹੈ ਉਹਦਾ ਇਨਕੰਪਲੀਟ ਬ੍ਰੇਕਡਾਊਨ ਹੁੰਦਾ ਹੈਗਾ। ਉਹ ਕੀ ਬਣਦੀ ਹੈਗੀ? ਜੋ ਗਲੂਕੋਜ਼ ਹੈ ਉਹ ਟੁੱਟ ਕੇ ਕੀ ਬਣ ਜਾਂਦੀ ਹੈ? ਐਲਕੋਹਲ ਅਤੇ ਕਾਰਬਨ ਡਾਈਆਕਸਾਈਡ। ਠੀਕ ਹੈ। ਉਹਦੇ ਵਿੱਚ ਐਨਰਜੀ ਦਾ ਪ੍ਰੋਡਕਸ਼ਨ ਬਹੁਤ ਘੱਟ ਹੁੰਦਾ ਹੈ। ਅਗਰ ਆਪਾਂ ਐਰੋਬਿਕ ਰੈਸਪਾਇਰੇਸ਼ਨ ਦੇਖੀਏ, ਜਿਹਦੇ ਵਿੱਚ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਰੈਸਪਾਇਰੇਸ਼ਨ ਹੁੰਦਾ, ਉਹਦੇ ਵਿੱਚ ਗਲੂਕੋਜ਼ ਹੈ ਜੋ ਕਿਹਦੇ ਵਿੱਚ ਟੁੱਟਦੀ ਹੈ? ਕੰਪਲੀਟਲੀ ਟੁੱਟ ਜਾਂਦੀ ਹੈ ਕਾਰਬਨ ਡਾਈਆਕਸਾਈਡ ਅਤੇ ਵਾਟਰ, ਅਤੇ ਐਨਰਜੀ ਦਾ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ। ਹੁਣ ਇਹਦੇ ਵਿੱਚ ਆਪਣੇ ਇੱਕ ਐਕਟੀਵਿਟੀ ਵੀ ਦਿੱਤੀ ਹੋਈ ਹੈ। ਐਕਟੀਵਿਟੀ ਕੀ ਹੈ? ਟੇਕ ਏ 500 ml ਵੀਕਰ ਫਿਲਡ ਅਪ ਟੂ 3/4 ਵਿਦ ਵਾਟਰ। ਇੱਕ 500 ml ਦਾ ਵੀਕਰ ਲੈਣਾ, ਉਹਦੇ ਵਿੱਚ 3/4 ਹਿੱਸਾ ਪਾਣੀ ਦਾ ਭਰ ਲੈਣਾ। ਡਿਜ਼ੋਲਵ 2 to 3 teaspoon ਆਫ ਦੀ ਸ਼ੂਗਰ ਇਨ ਇਟ। ਉਹਦੇ ਵਿੱਚ 2 ਤੋਂ 3 ਚਮਚੇ ਚੀਨੀ ਦੇ ਪਾ ਲੈਣੇ ਆ। ਐਡ ਹਾਫ ਏ ਸਪੂਨ ਆਫ ਈਸਟ ਪਾਊਡਰ ਟੂ ਦੀ ਸ਼ੂਗਰ ਸੋਲਿਊਸ਼ਨ। ਫਿਰ ਅੱਧਾ ਚਮਚ ਈਸਟ ਦਾ ਪਾ ਦੇਣਾ। ਕੀਪ ਇਟ ਕਵਰਡ ਇਨ ਏ ਵਾਰਮ ਪਲੇਸ ਫੋਰ 4 to 5 ਔਰ ਫਿਰ ਕੀ ਕਰਨਾ? ਉਹਨੂੰ 4 ਤੋਂ 5 ਘੰਟੇ ਲਈ ਗਰਮ ਜਗ੍ਹਾ 'ਤੇ ਰੱਖ ਦੇਣਾ। ਨਾਓ ਸਮੈਲ ਦੀ ਸੋਲਿਊਸ਼ਨ। ਕੈਨ ਯੂ ਗੈਟ ਏ ਸਮੈਲ? ਹੁਣ ਇਹ ਆਪਾਂ ਐਕਟੀਵਿਟੀ ਜਦੋਂ ਕਰਾਂਗੇ ਤਾਂ ਆਪਾਂ ਨੂੰ ਕੀ ਹੈ, ਜਦੋਂ ਸਮੈਲ ਲੈ ਕੇ ਦੇਖਾਂਗੇ ਤਾਂ ਆਪਾਂ ਨੂੰ ਐਲਕੋਹਲ ਦੀ ਸਮੈਲ ਆਏਗੀ। ਠੀਕ ਹੈ। ਦਿਸ ਇਜ਼ ਦੀ ਸਮੈਲ ਆਫ ਐਲਕੋਹਲ ਐਜ਼ ਸ਼ੂਗਰ ਹੈਜ਼ ਬੀਨ ਕਨਵਰਟ ਇਨਟੂ ਐਲਕੋਹਲ ਬਾਈ ਈਸਟ। ਐਲਕੋਹਲ ਦੀ ਸਮੈਲ ਆਏਗੀ। ਕਿਉਂ ਆਏਗੀ? ਕਿਉਂਕਿ ਈਸਟ ਨੇ ਸ਼ੂਗਰ ਨੂੰ ਕਿਹਦੇ ਵਿੱਚ ਕਨਵਰਟ ਕਰਤਾ? ਐਲਕੋਹਲ ਦੇ ਵਿੱਚ ਕਨਵਰਟ ਕਰਤਾ। ਦਿਸ ਪ੍ਰੋਸੈਸ ਆਫ ਕਨਵਰਜ਼ਨ ਆਫ ਸ਼ੂਗਰ ਇਨਟੂ ਐਲਕੋਹਲ ਇਜ਼ ਨੋਨ ਐਜ਼ ਫਰਮੈਂਟੇਸ਼ਨ। ਇਸ ਪ੍ਰਕਿਰਿਆ ਨੂੰ ਕੀ ਕਹਿ ਦਿੰਦੇ ਨੇ? ਸ਼ੂਗਰ ਤੋਂ ਐਲਕੋਹਲ ਦਾ ਬਣਨਾ ਫਰਮੈਂਟੇਸ਼ਨ ਕਹਿਲਾਉਂਦਾ ਹੈਗਾ। ਠੀਕ ਹੈ। ਹੁਣ ਫਰਮੈਂਟੇਸ਼ਨ ਦੀ ਡਿਸਕਵਰੀ ਕਿਹਨੇ ਕੀਤੀ ਸੀਗੀ? ਲੂਇਸ ਪਾਸਚਰ ਨੇ। ਕਦੋਂ ਕੀਤੀ ਸੀ? 1857 ਦੇ ਵਿੱਚ। ਇਹ ਆਪਣੀ ਫੋਟੋ ਬਣੀ ਹੋਈ ਹੈ ਲੂਇਸ ਪਾਸਚਰ ਸਾਹਿਬ ਦੀ। ਹਾਂਜੀ ਸਟੂਡੈਂਟਸ, ਨੈਕਸਟ ਜੋ ਟੌਪਿਕ ਹੈ ਉਹ ਹੈ ਮੈਡੀਸਨਲ ਯੂਜ਼ ਆਫ ਮਾਈਕਰੋ ਆਰਗੇਨਿਜ਼ਮਸ। ਜੋ ਮਾਈਕਰੋ ਆਰਗੇਨਿਜ਼ਮਸ ਹੈ ਉਹਨਾਂ ਦੇ ਥਰੂ ਕੁਝ ਮੈਡੀਸਿਨ ਦਵਾਈਆਂ ਵੀ ਬਣਦੀਆਂ ਨੇ। ਵੈਨ ਐਵਰ ਯੂ ਫਾਲ ਇਲ ਦ ਡਾਕਟਰ ਮੇ ਗਿਵ ਯੂ ਸਮ ਐਂਟੀਬਾਇਓਟਿਕ ਟੈਬਲੇਟਸ।
ਸੋ ਸਟੂਡੈਂਟਸ ਜਦੋਂ ਆਪਾਂ ਬਿਮਾਰ ਹੁੰਦੇ ਹਾਂ ਤਾਂ ਆਪਾਂ ਨੂੰ ਡਾਕਟਰ ਉਹ ਐਂਟੀਬਾਇਓਟਿਕ ਟੈਬਲੇਟਸ ਜਾਂ ਐਂਟੀਬਾਇਓਟਿਕ ਗੋਲੀਆਂ ਦਿੰਦੇ ਨੇ। ਕੈਪਸੂਲ ਔਰ ਇੰਜੈਕਸ਼ਨ ਸੱਚ ਐਜ਼ ਆਫ ਪੈਨਸਿਲਿਨ ਜਾਂ ਕੈਪਸੂਲ ਅਤੇ ਇੰਜੈਕਸ਼ਨ ਟੀਕਾ ਵੀ ਲਾ ਦਿੰਦੇ ਨੇ। ਕਿਸ ਚੀਜ਼ ਦਾ ਹੁੰਦਾ ਉਹ ਟੀਕਾ? ਪੈਨਸਿਲਿਨ ਦਾ। ਜ਼ਰੂਰੀ ਨਹੀਂ ਹਰ ਟੀਕਾ ਪੈਨਸਿਲਿਨ ਦਾ ਹੋਵੇ, ਜਦੋਂ ਪੈਨਸਿਲਿਨ ਦੀ ਜ਼ਰੂਰਤ ਹੋਵੇ ਤਾਂ ਉਹ ਪੈਨਸਿਲਿਨ ਲਾਉਂਦੇ ਨੇ। ਠੀਕ ਹੈ, ਜੋ ਡਾਕਟਰ ਨੇ ਉਹ ਪੈਨਸਿਲਿਨ ਦਾ ਯੂਜ਼ ਕਰਦੇ ਨੇ। ਦੀ ਸੋਰਸ ਆਫ ਦੀਜ਼ ਮੈਡੀਸਿਨ ਇਜ਼ ਮਾਈਕਰੋ ਆਰਗੈਨਿਜ਼ਮ। ਜੋ ਪੈਨਸਿਲਿਨ ਆ, ਜੋ ਐਂਟੀਬਾਇਓਟਿਕਸ ਨੇ, ਉਹ ਕਿਸ ਤੋਂ ਬਣਦੀਆਂ ਨੇ? ਮਾਈਕਰੋ ਆਰਗੈਨਿਜ਼ਮ ਦੇ ਥਰੂ ਹੀ ਬਣਾਈਆਂ ਜਾਂਦੀਆਂ ਨੇ। ਦੀਜ਼ ਮੈਡੀਸਿਨ ਕਿਲ ਔਰ ਸਟਾਪ ਦੀ ਗਰੋਥ ਆਫ ਡਿਜ਼ੀਜ਼ ਕਾਜ਼ਿੰਗ ਮਾਈਕਰੋ ਆਰਗੈਨਿਜ਼ਮ। ਜੋ ਐਂਟੀਬਾਇਓਟਿਕਸ ਨੇ ਉਹ ਕੀ ਕਰਦੀਆਂ ਨੇ? ਜਾਂ ਤਾਂ ਮਾਰ ਦਿੰਦੀਆਂ ਨੇ ਜਾਂ ਫਿਰ ਉਹਨਾਂ ਦੀ ਗਰੋਥ ਨੂੰ ਰੋਕ ਦਿੰਦੀਆਂ ਨੇ। ਕਿਹਦੇ? ਮਾਈਕਰੋ ਆਰਗੈਨਿਜ਼ਮਸ ਦੇ। ਜੋ ਵੀ ਮਾਈਕਰੋ ਆਰਗੈਨਿਜ਼ਮਸ ਆਪਣੀ ਬੋਡੀ ਦੇ ਵਿੱਚ ਡਿਜ਼ੀਜ਼ ਕਾਜ਼ ਕਰਦਾ, ਉਹਨਾਂ ਦੇ ਲਈ ਐਂਟੀਬਾਇਓਟਿਕਸ ਦਿੱਤੀਆਂ ਜਾਂਦੀਆਂ ਨੇ। ਐਂਟੀਬਾਇਓਟਿਕਸ ਕੀ ਕਰਦੀਆਂ ਨੇ? ਜੋ ਵੀ ਮਾਈਕਰੋ ਆਰਗੈਨਿਜ਼ਮ ਆਪਣੀ ਬੋਡੀ ਦੇ ਵਿੱਚ ਹੈ, ਜੋ ਡਿਜ਼ੀਜ਼ ਕਾਜ਼ ਕਰ ਰਿਹਾ ਹੈਗਾ, ਉਹਨਾਂ ਨੂੰ ਜਾਂ ਤਾਂ ਮਾਰ ਦਿੰਦੇ ਨੇ ਐਂਟੀਬਾਇਓਟਿਕਸ, ਉਹਨਾਂ ਨੂੰ ਜਾਂ ਤਾਂ ਮਾਰ ਦਿੰਦੀਆਂ ਨੇ ਜਾਂ ਫਿਰ ਉਹਨਾਂ ਦੀ ਗਰੋਥ ਨੂੰ ਰੋਕ ਦਿੰਦੀਆਂ ਨੇ, ਜਿਸ ਦੇ ਕਾਰਨ ਕੀ ਹੈਗਾ, ਉਹ ਗਰੋ ਨਹੀਂ ਕਰ ਪਾਉਂਦੇ ਅਤੇ ਆਪਾਂ ਨੂੰ ਜੋ ਆ ਉਹ ਬਿਮਾਰ ਨਹੀਂ ਕਰ ਪਾਉਂਦੇ। ਸੱਚ ਮੈਡੀਸਿਨ ਆਰ ਕਾਲਡ ਐਂਟੀਬਾਇਓਟਿਕਸ। ਠੀਕ ਹੈ, ਇਹਨਾਂ ਮੈਡੀਸਿਨਸ ਨੂੰ ਕੀ ਕਿਹਾ ਜਾਂਦਾ ਹੈਗਾ? ਐਂਟੀਬਾਇਓਟਿਕਸ। ਮਤਲਬ ਮਾਈਕਰੋ ਆਰਗੈਨਿਜ਼ਮਸ ਨੂੰ ਮਾਰਨ ਖਾਤਰ ਮਾਈਕਰੋ ਆਰਗੈਨਿਜ਼ਮਸ ਦੇ ਦੁਆਰਾ ਹੀ ਬਣਾਈਆਂ ਗਈਆਂ ਦਵਾਈਆਂ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਹੈਗਾ? ਐਂਟੀਬਾਇਓਟਿਕਸ। These days, a number of antibiotics are being produced from the bacteria and fungi. ਅੱਜ ਕੱਲ੍ਹ ਬਹੁਤ ਸਾਰੀਆਂ ਐਂਟੀਬਾਇਓਟਿਕਸ ਬਣਾਈਆਂ ਜਾਂਦੀਆਂ ਨੇ ਕਿਸ ਤੋਂ? ਬੈਕਟੀਰੀਆ ਅਤੇ ਫੰਗਸ ਤੋਂ, ਜਿਵੇਂ ਕਿ ਸਟ੍ਰੈਪਟੋਮਾਈਸਿਨ, ਟੈਟਰਾਸਾਈਕਲਿਨ, ਇਰਥਰੋਮਾਈਸਿਨ ਆਰ ਸਮ ਆਫ ਦੀ ਕਮਰਸ਼ੀਅਲ ਨਾਨ ਐਂਟੀਬਾਇਓਟਿਕਸ ਵਿਚ ਆਰ ਮੇਡ ਫਰੋਮ ਦੀ ਫੰਗੀ ਐਂਡ ਬੈਕਟੀਰੀਆ। ਇਹ ਕੁਛ ਐਂਟੀਬਾਇਓਟਿਕਸ ਦੇ ਐਗਜ਼ਾਮਪਲ ਨੇ। ਦੀ ਐਂਟੀਬਾਇਓਟਿਕਸ ਆਰ ਮੈਨੂਫੈਕਚਰਡ ਬਾਈ ਦੀ ਗਰੋਇੰਗ specific microorganism and used to cure a variety of disease। ਵੀ ਇਹ ਜੋ ਇਹ ਐਂਟੀਬਾਇਓਟਿਕਸ ਨੇ ਇਹ ਮਾਈਕਰੋ ਆਰਗੈਨਿਜ਼ਮਸ ਦਾ ਹੀ ਇਸਤੇਮਾਲ ਕਰਕੇ ਬਣਾਈਆਂ ਜਾਂਦੀਆਂ ਨੇ ਅਤੇ ਬਹੁਤ ਸਾਰੇ ਡਿਜ਼ੀਜ਼ ਨੂੰ ਰੋਕਣ ਲਈ ਬਣਾਈਆਂ ਜਾਂਦੀਆਂ ਨੇ। ਐਂਟੀਬਾਇਓਟਿਕਸ ਆਰ ਈਵਨ ਮਿਕਸਡ ਵਿਦ ਫੀਡ ਆਫ ਲਾਈਵਸਟੌਕ ਐਂਡ ਪੋਲਟਰੀ ਟੂ check the microbial infection in animals. They are used to control many plants and disease। ਐਂਟੀਬਾਇਓਟਿਕਸ ਜੋ ਮੁਰਗੀ ਪਾਲਣ ਹੈ ਉੱਥੇ ਵੀ ਯੂਜ਼ ਕੀਤੀਆਂ ਜਾਂਦੀਆਂ ਨੇ, ਘਰਾਂ ਦੇ ਵਿੱਚ ਪਸ਼ੂ ਪਾਲਣ ਹੈ ਉੱਥੇ ਵੀ ਯੂਜ਼ ਕੀਤੀਆਂ ਜਾਂਦੀਆਂ ਨੇ, ਅਤੇ ਪੌਦਿਆਂ ਲਈ ਵੀ ਐਂਟੀਬਾਇਓਟਿਕਸ ਦਾ ਯੂਜ਼ ਕੀਤਾ ਜਾਂਦਾ ਹੈ। ਫਿਰ ਨੈਕਸਟ ਪੈਰਾਗ੍ਰਾਫ ਦੇ ਵਿੱਚ ਦੱਸਿਆ ਗਿਆ ਵੀ ਜੋ ਆਪਾਂ ਨੂੰ ਐਂਟੀਬਾਇਓਟਿਕ ਹੈ ਉਹ ਡਾਕਟਰ ਜਦੋਂ ਸੁਜੈਸਟ ਕਰੇ ਉਦੋਂ ਹੀ ਲੈਣੀਆਂ ਚਾਹੀਦੀਆਂ ਨੇ। ਐਵੇਂ ਐਂਟੀਬਾਇਓਟਿਕ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਆਪਣੇ ਅੰਦਰ ਬਹੁਤ ਸਾਰੇ ਯੂਜ਼ਫੁਲ ਮਾਈਕਰੋਬਸ ਵੀ ਨੇ ਜਿਨ੍ਹਾਂ ਦੇ ਉੱਤੇ ਇਹ ਪ੍ਰਭਾਵ ਪਾਉਂਦੀਆਂ ਨੇ। ਫਿਰ ਉਹ ਅਗਰ ਯੂਜ਼ਫੁਲ ਮਾਈਕਰੋਬਸ ਕਿਲ ਹੋ ਗਏ ਜਾਂ ਉਹਨਾਂ ਦੀ ਗਰੋਥ ਰੁਕ ਗਈ ਤਾਂ ਆਪਣੀ ਬੋਡੀ ਦੀ ਫੰਕਸ਼ਨਿੰਗ ਆ ਉਹ ਪ੍ਰੋਪਰ ਨਹੀਂ ਹੋ ਸਕਦੀ। ਹਾਂਜੀ, ਨੈਕਸਟ ਹੈ ਵੈਕਸੀਨ। ਵੈਕਸੀਨ ਦੇ ਵਿੱਚ ਕੀ ਹੁੰਦਾ ਹੈਗਾ, ਜਿਸ ਤਰ੍ਹਾਂ ਆਪਣੇ ਦੇਸ਼ ਦੇ ਵਿੱਚ ਕੋਈ ਦੂਸਰਾ ਦੇਸ਼, ਕੋਈ ਦੁਸ਼ਮਣ ਦੇਸ਼ ਅਟੈਕ ਕਰਦਾ ਹੈ ਤਾਂ ਆਪਾਂ ਨੂੰ ਕੌਣ ਬਚਾਉਂਦਾ? ਆਰਮੀ ਬਚਾਉਂਦੀ ਹੈ, ਫੌਜ ਬਚਾਉਂਦੀ ਹੈ। ਆਪਾਂ ਕੀ ਤਿਆਰ ਕਰ ਰਹੇ ਹੈਗੇ? ਆਪਣੇ ਆਪ ਨੂੰ ਦੂਸਰੇ ਦੇਸ਼ਾਂ ਤੋਂ ਬਚਾਉਣ ਲਈ ਆਰਮੀ ਤਿਆਰ ਕਰਦੇ ਹਾਂ ਆਪਣੇ ਦੇਸ਼ ਦੇ ਵਿੱਚ। ਉਸੇ ਤਰ੍ਹਾਂ ਆਪਣੀ ਜੋ ਬੋਡੀ ਹੈ ਉਹਦੇ ਵਿੱਚ ਵੀ ਜੋ ਵੈਕਸੀਨ ਹੈ ਉਹ ਆਰਮੀ ਹੀ ਤਿਆਰ ਕਰਦੀ ਹੈਗੀ। ਕਿਸ ਤਰ੍ਹਾਂ ਤਿਆਰ ਕਰਦੀ ਹੈ? ਜੋ ਵੈਕਸੀਨ ਹੈ ਉਹਦੇ ਵਿੱਚ ਕੀ ਕੀਤਾ ਜਾਂਦਾ ਹੈਗਾ, ਇੰਜੈਕਸ਼ਨ ਦੇ ਥਰੂ ਜਾਂ ਤਾਂ ਕਿਲਡ ਮਰੇ ਹੋਏ ਜਾਂ ਇਨਐਕਟਿਵ ਜਿਹੜੇ ਸੁਸਤ ਮਾਈਕਰੋਬਸ ਨੇ, ਜਿਹੜੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਉਂਦੇ ਆਪਣੀ ਬੋਡੀ ਦੇ ਉੱਤੇ, ਉਹਨਾਂ ਨੂੰ ਇੰਜੈਕਸ਼ਨ ਦੇ ਥਰੂ ਆਪਣੀ ਬੋਡੀ ਦੇ ਵਿੱਚ ਦਿੱਤਾ ਜਾਂਦਾ ਹੈਗਾ। ਆਪਣੀ ਬੋਡੀ ਨੂੰ ਲੱਗਦਾ ਹੈ ਵੀ ਕੋਈ ਬਾਹਰੋਂ ਦੁਸ਼ਮਣ ਦੇਸ਼ ਨੇ ਅਟੈਕ ਕਰ ਲਿਆ, ਠੀਕ ਹੈ, ਤਾਂ ਆਪਣੀ ਬੋਡੀ ਕੀ ਪ੍ਰੋਡਿਊਸ ਕਰਦੀ ਹੈਗੀ? ਆਰਮੀ ਪ੍ਰੋਡਿਊਸ ਕਰਦੀ ਹੈ। ਉਹ ਆਰਮੀ ਨੂੰ ਕੀ ਕਹਿ ਦਿੱਤਾ ਜਾਂਦਾ ਹੈ? ਐਂਟੀਬਾਡੀਜ਼। ਸੋ ਸਟੂਡੈਂਟਸ, ਜਦੋਂ ਆਪਾਂ ਵੈਕਸੀਨ ਲਗਵਾ ਲੈਂਦੇ ਹਾਂ ਤਾਂ ਆਪਣੀ ਬੋਡੀ ਦੇ ਵਿੱਚ ਐਂਟੀਬਾਡੀਜ਼ ਤਿਆਰ ਹੋ ਜਾਂਦੀਆਂ ਨੇ, ਇੱਕ ਤਰ੍ਹਾਂ ਦੀ ਆਰਮੀ ਆਪਣੇ ਸਰੀਰ ਦੇ ਵਿੱਚ ਤਿਆਰ ਹੋ ਜਾਂਦੀ ਹੈ। ਤਾਂ ਜਦੋਂ ਵੀ ਕੋਈ ਮਾਈਕਰੋਬਸ ਆਪਣੇ ਉੱਤੇ ਅਟੈਕ ਕਰਦਾ ਤਾਂ ਆਪਣੀ ਬੋਡੀ ਦੇ ਵਿੱਚ ਪਹਿਲਾਂ ਤੋਂ ਹੀ ਉਹ ਮੈਮੋਰੀ ਬਣ ਜਾਂਦੀ ਹੈ, ਯਾਦਾਸ਼ਤ ਬਣ ਜਾਂਦੀ ਹੈ, ਐਂਟੀਬਾਡੀਜ਼ ਬਣ ਜਾਂਦੀਆਂ ਨੇ ਵੀ ਜਦੋਂ ਵੀ ਕੋਈ ਬਾਹਰੋਂ ਮਾਈਕਰੋਬਸ ਆਉਂਦਾ ਹੈ, ਉਹ ਅਟੈਕ ਕਰਦਾ ਆਪਣੀ ਬੋਡੀ ਦੇ ਉੱਤੇ, ਤਾਂ ਆਪਣੀ ਬੋਡੀ ਆ ਉਹਨੂੰ ਤੁਰੰਤ ਕਿਲ ਕਰ ਦਿੰਦੀ ਹੈ ਜਾਂ ਉਹਦੀ ਗਰੋਥ ਨੂੰ ਰੋਕ ਦਿੰਦੀ ਹੈ। ਸੋ ਸਟੂਡੈਂਟਸ, ਇਸ ਤਰ੍ਹਾਂ ਵੈਕਸੀਨ ਆ ਉਹ
ਆਪਣੇ ਸਰੀਰ ਦੇ ਵਿੱਚ ਕੰਮ ਕਰਦੀ ਹੈ। ਠੀਕ ਹੈ। When a disease carrying microbes entering our body produce antibody to fight the invader। ठीक है, अपनी बॉडी की प्रोड्यूस करती हैगी एंटीबॉडीज़ ਜਦੋਂ ਕਿ ਕੋਈ ਬਾਹਰੋਂ डिजीज़ ਕਾਜ਼ਿੰਗ ਬਿਮਾਰੀ ਕੌਜ਼ ਕਰਨ ਵਾਲਾ ਮਾਈਕਰੋਬ ਆਪਣੀ ਬੋਡੀ ਦੇ ਵਿੱਚ ਆ ਜਾਂਦਾ ਹੈ। ਦੀ ਬੋਡੀ ਆਲਸੋ ਰਿਮੈਂਬਰ ਹਾਊ ਟੂ ਫਾਈਟ ਦੀ ਮਾਈਕਰੋਬਸ ਇਫ ਇਟ ਇੰਟਰ ਅਗੇਨ। ਬੋਡੀ ਇਹ ਵੀ ਯਾਦ ਰੱਖਦੀ ਹੈ ਜੀ ਅਗਰ ਉਹ ਮਾਈਕਰੋਬਸ ਦੁਬਾਰਾ ਤੋਂ ਬੋਡੀ ਦੇ ਵਿੱਚ ਆ ਗਿਆ ਤਾਂ ਉਹਦੇ ਨਾਲ ਕਿਸ ਤਰ੍ਹਾਂ ਲੜਨਾ ਹੈਗਾ। ਇਫ ਡੈਡ ਔਰ ਵੀਕਐਂਡ ਮਾਈਕਰੋਬਸ ਆਰ ਇੰਟਰੋਡਿਊਸ ਇਨਟੂ ਏ ਹੈਲਥੀ ਬੋਡੀ ਦ ਬੋਡੀ ਫਾਈਟ ਐਂਡ ਕਿਲ ਦੀ ਇਨਵੈਡਿੰਗ ਬੈਕਟੀਰੀਆ ਬਾਈ ਪ੍ਰੋਡਿਊਸਿੰਗ ਸੂਟੇਬਲ ਐਂਟੀਬੋਡੀਜ਼। ਜਦੋਂ ਆਪਾਂ ਆਪਣੇ ਸਰੀਰ ਦੇ ਵਿੱਚ ਡੈਡ ਜਾਂ ਵੀਕ ਮਾਈਕਰੋਬਸ ਨੂੰ ਇੰਟਰੋਡਿਊਸ ਕਰ ਦਿੰਦੇ ਹਾਂ ਤਾਂ ਆਪਣੀ ਜੋ ਬੋਡੀ ਹੈ ਉਹ ਕੀ ਕਰਦੀ ਹੈ, ਉਹ ਬੈਕਟੀਰੀਆ ਨਾਲ ਫਾਈਟ ਕਰਨ ਲਈ, ਲੜਾਈ ਕਰਨ ਲਈ ਅਤੇ ਉਹਨਾਂ ਨੂੰ ਮਾਰਨ ਲਈ ਕੀ ਪ੍ਰੋਡਿਊਸ ਕਰਦੀ ਹੈਗੀ, ਐਂਟੀਬੋਡੀਜ਼ ਪ੍ਰੋਡਿਊਸ ਕਰਦੀ ਹੈ। ਦੀ ਐਂਟੀਬੋਡੀਜ਼ ਰਿਮੇਨ ਇਨ ਬੋਡੀ ਐਂਡ ਪ੍ਰੋਟੈਕਟ ਫਰੋਮ ਦ ਡਿਜ਼ੀਜ਼ ਕਾਜ਼ਿੰਗ ਮਾਈਕਰੋਬਸ ਫੋਰ ਐਵਰ। ਦਿਸ ਇਜ਼ ਹਾਊ ਏ ਵੈਕਸੀਨ ਵਰਕ ਹਾਊਐਵਰ। ਹਾਂਜੀ, ਫਿਰ ਕੀ ਹੈ, ਦਿਸ ਇਜ਼ ਹਾਊ ਏ ਵੈਕਸੀਨ ਵਰਕ ਸੈਵਰਲ ਡਿਜ਼ੀਜ਼ ਇਨਕਲੂਡਿੰਗ ਕੋਲੈਰਾ, ट्यूबरकुलोसिस, स्मॉलपॉक्स एंड हैपेटाइटिस कैन बी प्रिवेंटेड बाय वैक्सीनेशन। इस तरह जो अपनी बॉडी हैगी वो जो डिजीज़ ने इन्हां तो आपां नूं बचाउंदी हैगी। ठीक है। सो स्टूडेंट्स की हुंदा है वैक्सीनेशन दे विच एंटीबॉडीज़ बनदियां ने ते ਉਹ एंटीबॉडीज़ ने एक तरह की यादाश्त है जिहड़ी अपनी बॉडी नूं जदों माइक्रोब्स दुबारा अटैक करदा तां अपनी बॉडी नूं बचाउंदियां ने। ठीक है। ਹੁਣ ਆਪਣੇ ਬਚਪਨ ਦੇ ਵਿੱਚ ਪੋਲੀਓ ਦੀ ਵੈਕਸੀਨ ਲੱਗੀ ਹੋਏਗੀ। ਠੀਕ ਹੈ। ਨਿਊਜ਼ਪੇਪਰ ਦੇ ਵਿੱਚ ਤੁਸੀਂ TV ਜੋ ਟਿਊਬਰਕਲੋਸਿਸ ਹੈ ਉਹਦੇ ਬਾਰੇ ਸੁਣਿਆ ਹੋਏਗਾ, ਉਹਨਾਂ ਦੀ ਵੈਕਸੀਨ ਲੱਗਦੀ ਹੈਗੀ। ਪੋਲੀਓ ਵਾਇਰਸ ਵੀ ਵੈਕਸੀਨੇਸ਼ਨ ਦੇ ਕਾਰਨ ਹੀ ਖਤਮ ਹੋ ਗਿਆ ਹੈ, ਲਗਭਗ ਆਪਣੇ ਦੇਸ਼ ਦੇ ਵਿੱਚ ਤਾਂ ਖਤਮ ਹੀ ਹੈ। ਠੀਕ ਹੈ। ਫਿਰ ਨੈਕਸਟ ਟੌਪਿਕ ਕੀ ਹੈਗਾ, ਇਨਕਰੀਜ਼ਿੰਗ ਸੋਇਲ ਫਰਟੀਲਿਟੀ। ਜੋ ਮਾਈਕਰੋਬਸ ਨੇ ਉਹ ਕੀ ਕਰਦੇ ਨੇਗੇ, ਨਾਈਟ੍ਰੋਜਨ ਫਿਕਸੇਸ਼ਨ ਕਰਦੇ ਨੇ। ਨਾਈਟ੍ਰੋਜਨ ਫਿਕਸੇਸ਼ਨ ਦਾ ਮਤਲਬ ਕੀ ਹੈਗਾ, ਜੋ ਇਨਵਾਇਰਮੈਂਟ ਦੇ ਵਿੱਚ ਗੈਸ ਦੀ ਫੋਰਮ ਵਿੱਚ ਨਾਈਟ੍ਰੋਜਨ ਪਾਈ ਜਾਂਦੀ ਹੈ ਉਹਨੂੰ ਐਸੀ ਫੋਰਮ ਵਿੱਚ ਕਨਵਰਟ ਕਰ ਦਿੰਦੇ ਨੇ ਤਾਂ ਕਿ ਉਹ ਮਿੱਟੀ ਦੇ ਵਿੱਚ ਮਿਲ ਜੇ ਅਤੇ ਮਿੱਟੀ ਦੇ ਵਿੱਚੋਂ ਜੋ ਮਾਈਕਰੋਬਸ ਨੇ ਉਹ ਉਹਨੂੰ ਲੈ ਲੈਣ। ਠੀਕ ਹੈ। ਤਾਂ ਨਾਈਟ੍ਰੋਜਨ ਫਿਕਸੇਸ਼ਨ ਦੇ ਵਿੱਚ ਕੀ ਹੁੰਦਾ, ਇਨਵਾਇਰਮੈਂਟ ਨਾਈਟ੍ਰੋਜਨ ਨੂੰ ਐਸੀ ਸੂਟੇਬਲ ਫੋਰਮ ਦੇ ਵਿੱਚ ਕਨਵਰਟ ਕਰਦੇ ਨੇ ਤਾਂ ਕਿ ਪੌਦੇ ਉਹਨੂੰ ਈਜ਼ੀਲੀ ਲੈ ਸਕਣ। ਠੀਕ ਹੈ। ਤਾਂ ਵੈਸੇ ਜੋ ਪੌਦੇ ਨੇ ਉਹ ਨਾਈਟ੍ਰੋਜਨ ਨੂੰ ਇਨਵਾਇਰਮੈਂਟ ਦੇ ਵਿੱਚੋਂ ਨਹੀਂ ਲੈ ਸਕਦੇ, ਜਿਸ ਤਰ੍ਹਾਂ ਆਕਸੀਜਨ ਨੂੰ ਕਾਰਬਨ ਡਾਈਆਕਸਾਈਡ ਨੂੰ ਲੈਂਦੇ ਨੇ ਉਸ ਤਰ੍ਹਾਂ ਨਾਈਟ੍ਰੋਜਨ ਨੂੰ ਨਹੀਂ ਲੈ ਸਕਦੇ। ਜੋ ਮਾਈਕਰੋਬਸ ਨੇ ਉਹੀ ਸੂਟੇਬਲ ਫੋਰਮ ਦੇ ਵਿੱਚ ਕਨਵਰਟ ਕਰਦੇ ਨੇ ਨਾਈਟ੍ਰੋਜਨ ਨੂੰ ਅਤੇ ਪੌਦੇ ਉਹਨੂੰ ਟੇਕਅਪ ਕਰਦੇ ਨੇ। ਠੀਕ ਹੈ। ਫਿਰ ਕਲੀਨਿੰਗ ਦੀ ਇਨਵਾਇਰਮੈਂਟ, ਜੋ ਵੀ ਔਰਗੈਨਿਕ ਵੇਸਟ ਹੈ ਉਹਨੂੰ ਮਾਈਕਰੋਬਸ ਨੇ ਕੀ ਕਰਦੇ ਨੇਗੇ, ਹਾਰਮਲੈਸ, ਨੁਕਸਾਨ ਘੱਟ ਕਰਨ ਵਾਲੇ ਪਦਾਰਥਾਂ ਦੇ ਵਿੱਚ ਕਨਵਰਟ ਕਰ ਦਿੰਦੇ ਨੇ। ਇਸ ਪੈਰਾਗ੍ਰਾਫ ਦੇ ਵਿੱਚ ਸਿਰਫ ਇਹਨੇ ਦਿੱਤਾ ਹੋਇਆ ਵੀ ਜੋ ਔਰਗੈਨਿਕ ਮੈਟਰ ਹੈ, ਔਰਗੈਨਿਕ ਮੈਟਰ ਜੋ ਵੀ ਲਿਵਿੰਗ ਔਰਗੈਨਿਜ਼ਮ ਤੋਂ ਮੈਟਰ ਪ੍ਰੋਡਿਊਸ ਹੁੰਦਾ ਹੈਗਾ। ਠੀਕ ਹੈ। ਜੀਵਿਤ ਜੋ ਜੰਤੂ ਨੇ ਜਿਵੇਂ ਪੇੜ ਪੌਦੇ ਹੋ ਗਏ, ਹਿਊਮਨ ਬੀਇੰਗ ਮਨੁੱਖ ਹੋ ਗਿਆ, ਹੋਰ ਜੀਵ ਜੰਤੂ ਹੋ ਗਏ, ਉਹਨਾਂ ਤੋਂ ਜੋ ਵੀ ਵੇਸਟ ਬਣਦਾ, ਉਹਨਾਂ ਕੋਈ ਡੈਡ ਬੋਡੀਜ਼ ਨੇ ਜਾਂ ਪੇੜ ਪੌਦਿਆਂ ਦੇ ਪੱਤੇ ਨੇ, ਉਹ ਸਭ ਕੀ ਨੇ, ਔਰਗੈਨਿਕ ਮੈਟਰ ਹੈਗਾ। ਲਿਵਿੰਗ ਔਰਗੈਨਿਜ਼ਮ ਦਾ ਜੋ ਵੀ ਮੈਟਰ ਹੈਗਾ ਉਹ ਸਾਰਾ ਔਰਗੈਨਿਕ ਮੈਟਰ ਹੈਗਾ। ਪਸ਼ੂਆਂ ਦਾ ਗੋਬਰ ਵਗੈਰਾ ਹੋ ਗਿਆ। ਠੀਕ ਹੈ। ਹਿਊਮਨ ਦੇ ਵਿੱਚ ਫੀਕਲ ਮੈਟਰ ਹੋ ਗਿਆ, ਉਹ ਸਾਰਾ ਔਰਗੈਨਿਕ ਮੈਟਰ ਹੈ। ਇਹ ਜੋ ਔਰਗੈਨਿਕ ਮੈਟਰ ਹੈ ਇਹਨੂੰ ਸਿੰਪਲ ਫੋਰਮ ਦੇ ਵਿੱਚ ਕਨਵਰਟ ਕਰਦੇ ਨੇ। ਜਿਹੜਾ ਜੋ ਸਿੰਪਲ ਫੋਰਮ ਹੈ ਉਹ ਇਨਵਾਇਰਮੈਂਟ ਨੂੰ ਪੋਲਿਊਟ ਨਹੀਂ ਕਰ ਸਕਦਾ ਗਾ। ਤਾਂ ਮਾਈਕਰੋਬਸ ਕੀ ਕਰਦੇ ਨੇਗੇ, ਔਰਗੈਨਿਕ ਮੈਟਰ ਨੂੰ ਜੋ ਵੀ ਲਿਵਿੰਗ ਔਰਗੈਨਿਜ਼ਮ ਦਾ ਵੇਸਟ ਹੈ ਉਹਨੂੰ ਸਿੰਪਲ ਫੋਰਮ ਦੇ ਵਿੱਚ ਕਨਵਰਟ ਕਰਦੇ ਨੇ, ਜਿਹੜਾ ਕਿ ਇਨਵਾਇਰਮੈਂਟ ਦੇ ਵਿੱਚ ਪੋਲਿਊਸ਼ਨ ਨਹੀਂ ਕਰਦਾ, ਘੱਟ ਨੁਕਸਾਨਦੇਹ ਹੁੰਦਾ ਹੈਗਾ। ਸਿਰਫ ਕਲੀਨਿੰਗ ਆਫ ਇਨਵਾਇਰਮੈਂਟ ਦੇ ਵਿੱਚ ਇਹੀ ਸੀ। ਠੀਕ ਹੈ। ਸੋ ਬਾਕੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ।